ਇੱਕ ਓਮਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਅਥ ਸੂਰਜ ਅਵਤਾਰ ਕਥਨਨ। ਹੁਣ ਸੂਰਜ ਅਵਤਾਰ ਦਾ ਕਥਨ। ਸ਼੍ਰੀ ਭਗਵਤੀ ਜੀ ਸਹਾਇ। ਚੌਪਈ। ਬਹੁਰ ਵੱਡੇ ਦਿੱਤ ਪੁੱਤਰ ਅਤੁਲ ਬਲ। ਫਿਰ ਦਿੱਤੀ ਦੋ ਪੁੱਤਰ ਦੈਂਤਾਂ ਦਾ ਅਤੁਲ ਬਲ ਵਧ ਗਿਆ। ਅਰ ਅਨੇਕ ਜੀਤੇ ਜਿਨ ਜਲ ਥਲ। ਜਿਨ੍ਹਾਂ ਨੇ ਅਨੇਕਾਂ ਵੈਰੀ ਜਲ ਥਲ ਵਿੱਚ ਜਿੱਤ ਲਏ। ਕਾਲ ਪੁਰਖ ਕੀ ਆਗਿਆ ਪਾਈ। ਉਸ ਸਮੇਂ ਕਾਲ ਪੁਰਖ ਦੀ ਆਗਿਆ ਪ੍ਰਾਪਤ ਕਰਕੇ ਰਵ ਅਵਤਾਰ ਤਰਿਓ ਹਰ ਰਾਈ। ਵਿਸ਼ਨੂੰ ਜੀ ਨੇ ਸੂਰਜ ਅਵਤਾਰ ਧਾਰਨ ਕੀਤਾ। ਜੇ ਹੋਦ ਅਸੁਰ ਬਲਵਾਨਾ। ਜਿਹੜੇ ਦੈਂਤ ਬਲਵਾਨ ਹੁੰਦੇ ਹਨ, ਰਵ ਮਾਰਤ ਤਿਨ ਕੋ ਬਿਦਨਾਨਾ। ਉਹਨਾਂ ਨੂੰ ਸੂਰਜ ਅਨੇਕ ਤਰ੍ਹਾਂ ਨਾਲ ਮਾਰਦਾ ਹੈ। ਅੰਧਕਾਰ ਧਰਨੀ ਤੇ ਹਰੇ। ਧਰਤੀ ਤੋਂ ਹਨੇਰਾ ਨਸ਼ਟ ਕਰਦਾ ਹੈ। ਪ੍ਰਜਾ ਕਾਜ ਗ੍ਰਹਿ ਕੇ ਉੱਠ ਪਰੇ। ਜਿਸ ਕਰਕੇ ਪ੍ਰਜਾ ਉੱਠ ਕੇ ਘਰ ਦੇ ਕੰਮਾਂ ਵਿੱਚ ਲੱਗ ਜਾਂਦੀ ਹੈ। ਨਾਰਾਜ ਛੰਦ। ਬਿਸਾਰ ਆਲਸਨ ਸਬੇਸ ਪ੍ਰਭਾਤ ਲੋਕ ਜਾਗਹੀਂ। ਆਲਸ ਨੂੰ ਛੱਡ ਕੇ ਸਾਰੇ ਲੋਕ ਪ੍ਰਭਾਤ ਵੇਲੇ ਜਾਗਦੇ ਹਨ। ਅਨੰਤ ਜਾਪ ਕੋ ਜਪੇ ਬੇਅੰਤ ਧਿਆਨ ਪਾਗਹੀਂ। ਬੇਅੰਤ ਲੋਕ ਜਪ ਨੂੰ ਜਪਦੇ ਹਨ ਅਤੇ ਬੇਸ਼ੁਮਾਰ ਲੋਕ ਧਿਆਨ ਵਿੱਚ ਜੁਟ ਜਾਂਦੇ ਹਨ। ਦੁਰੰਤ ਕਰਮ ਕੋ ਕਰੇ ਅਥਾਪ ਥਾਪ ਥਾਪਹੀਂ। ਔਖੇ ਕਰਮ ਕਰਦੇ ਹਨ ਅਤੇ ਨਾ ਥਾਪੇ ਜਾਣ ਵਾਲੇ ਨੂੰ ਹਿਰਦੇ ਵਿੱਚ ਸਥਾਪਿਤ ਕਰਦੇ ਹਨ। ਗਾਇਤਰੀ ਸੰਧਿਆਨ ਕੇ ਅਜਾਪ ਜਾਪ ਜਾਪਹੀਂ। ਸੰਧਿਆ ਅਤੇ ਗਾਇਤਰੀ ਦੇ ਅਜਪਾ ਜਾਪ ਜਪਦੇ ਹਨ। ਸੁਦੇਵ ਕਰਮ ਆਦਿ ਲੈ ਪ੍ਰਭਾਤ ਜਾਗ ਕੇ ਕਰੈ। ਪ੍ਰਭਾਤ ਵੇਲੇ ਜਾਗ ਕੇ ਲੋਕੀ ਦੇਵ ਕਰਮ ਆਦਿਕ ਕਰਦੇ ਹਨ। ਸੂਜਗ ਧੂਪ ਦੀਪ ਹੋਮ ਬੇਦ ਬਿਆਕਰਨ ਰਰੈ। ਯੱਗ ਧੂਪ ਦੀਪ ਹੋਮ ਕਰਦੇ ਹਨ ਅਤੇ ਵੈਦ ਤੇ ਵਿਆਕਰਨ ਪੜ੍ਹਦੇ ਹਨ। ਸੋ ਪਿਤ੍ਰ ਕਰਮ ਹੈ ਜੀਤੇ ਸੋ ਬ੍ਰਿਤ ਕੋ ਕਰੈ। ਜਿੰਨੇ ਪਿਤਰੀ ਕਰਮ ਹਨ, ਉਹਨਾਂ ਨੂੰ ਵਿਧੀ ਪੂਰਵਕ ਕਰਦੇ ਹਨ। ਜੋ ਸਾਸਤ੍ਰ ਸਿਮ੍ਰਤੀ ਉਚਰੰਤ ਸੂ ਧਰਮ ਧਿਆਨ ਕੋ ਤਰੈ। ਸ਼ਾਸਤਰਾਂ ਅਤੇ ਸਿਮਰਤੀਆਂ ਦਾ ਉਚਾਰਨ ਕਰਦੇ ਹੋਏ ਧਰਮ ਵੱਲ ਧਿਆਨ ਲਗਾਉਂਦੇ ਹਨ। ਅਰਧ ਨਿਰਾਜ ਛੰਦ। ਸੂ ਧੂਮ ਹੀ। ਹਰ ਪਾਸੇ ਹਵਨਾਂ ਦਾ ਧੂੰਆਂ ਹੀ ਧੂੰਆਂ ਹੁੰਦਾ ਹੈ। ਕਰੰਤ ਸੈਨ ਭੂਮ ਹੀ। ਅਤੇ ਲੋਕ ਧਰਤੀ ਉੱਤੇ ਸੌਂਦੇ ਹਨ। ਬੇਅੰਤ ਧਿਆਨ ਧਿਆਵਹੀ। ਬੇਅੰਤ ਲੋਕ ਧਿਆਨ ਧਰਦੇ ਹਨ। ਦੁਰੰਤ ਠਉਰ ਪਾਵਹੀ। ਬੜੀ ਮੁਸ਼ਕਿਲ ਨਾਲ ਮਿਲਣ ਵਾਲੇ ਬੈਕੁੰਠ ਧਾਮ ਨੂੰ ਪ੍ਰਾਪਤ ਕਰਦੇ ਹਨ। ਅਨੰਤ ਮੰਤਰ ਉਚਰੈ। ਅਨੰਤ ਮੰਤਰ ਉਚਾਰਦੇ ਹਨ। ਸੁਜੋਗ ਜਾਪ ਨਾ ਕਰੈ। ਅਤੇ ਯੋਗ ਜਪ ਤਪ ਕਰਦੇ ਹਨ। ਨਿਰਬਾਨ ਪੁਰਖ ਧਿਆਵਹੀਂ। ਨਿਰਬਾਨ ਪੁਰਖ ਨੂੰ ਧਿਆਉਂਦੇ ਹਨ। ਬਿਮਾਨ ਅੰਤ ਪਾਵਹੀ। ਅਤੇ ਅੰਤ ਵੇਲੇ ਦੇਵ ਪਦਵੀ ਪਾਣ ਲਈ ਵਿਮਾਨਾਂ ਵਿੱਚ ਬੈਠਦੇ ਹਨ। ਦੋਹਰਾ।
ਬਹੁਤ ਕਾਲ ਇਮ ਬੀਤਿਓ ਕਰਤ ਧਰਮ ਅਰ ਦਾਨ। ਧਰਮ ਅਤੇ ਦਾਨ ਕਰਦਿਆਂ ਬਹੁਤ ਸਾਰਾ ਸਮਾਂ ਇਸ ਤਰ੍ਹਾਂ ਬੀਤ ਗਿਆ। ਬਹੁਰ ਅਸੁਰ ਵਡਿਓ ਪ੍ਰਬਲ ਦੀਰਖ ਕਾਇ ਦਤ ਮਾਨ। ਫਿਰ ਇੱਕ ਦੈਂਤ ਨੇ ਜ਼ੋਰ ਫੜਿਆ ਜਿਸ ਦਾ ਨਾਂ ਦੀਰਖ ਕਾਇ ਸੀ, ਜੋ ਵੱਡੇ ਤੇਜ ਵਾਲਾ ਸੀ। ਚੌਪਈ। ਬਾਣ ਪ੍ਰਜੰਤ ਬੜਤ ਨਿਤ ਪ੍ਰਤ ਤਨ। ਉਸ ਦਾ ਹਰ ਰੋਜ਼ ਇੱਕ ਬਾਣ ਜਿੰਨਾ ਸਰੀਰ ਵੱਧਦਾ ਸੀ। ਨਿਸ ਦਿਨ ਕਾਤ ਕਰਤ ਦਿਜ ਦੇਵਨ। ਅਤੇ ਰਾਤ ਦਿਨ ਦੇਵਤਿਆਂ ਅਤੇ ਬ੍ਰਾਹਮਣਾਂ ਦਾ ਨਾਸ ਕਰਦਾ ਸੀ। ਦੀਰਖ ਕਾਏ ਸੋ ਰਿਪੂ ਪਇਓ। ਇਸ ਤਰ੍ਹਾਂ ਦਾ ਦੀਰਖ ਕਾਏ ਨਾਮ ਦਾ ਰਾਖਸ਼ ਸੂਰਜ ਦਾ ਵੈਰੀ ਹੋ ਗਿਆ। ਰਵ ਰਥ ਹਟਕ ਚਲਨ ਤੇ ਗਇਓ। ਅਤੇ ਸੂਰਜ ਦਾ ਰਥ ਚੱਲਣੋਂ ਰੁਕ ਗਿਆ। ਅੜਲ। ਹਟਕ ਚਲਤ ਰਥ ਪਇਓ ਪਾਨ ਕੋ ਪਿਓ ਤਬੈ। ਸੂਰਜ ਦਾ ਚਲਦਾ ਚਲਦਾ ਰਥ ਜਦੋਂ ਅਟਕ ਗਿਆ ਤਦੋਂ ਸੂਰਜ ਨੂੰ ਗੁੱਸਾ ਆਇਆ। ਅਸਤਰ ਸ਼ਸਤਰ ਲੈ ਚਲਿਓ ਸੰਗ ਲੈ ਦਲ ਸਭੈ। ਉਹ ਅਸਤਰ ਸ਼ਸਤਰ ਲੈ ਕੇ ਅਤੇ ਸਾਰੀ ਸੈਨਾ ਨੂੰ ਨਾਲ ਲੈ ਕੇ ਚੱਲ ਪਿਆ। ਮੰਡਿਓ ਬਿਬਿਧ ਪ੍ਰਕਾਰ ਤਹਾਂ ਰਣ ਜਾਏ ਕੇ। ਉਸਨੇ ਰਣ ਭੂਮੀ ਵਿੱਚ ਜਾ ਕੇ ਅਨੇਕ ਢੰਗਾਂ ਨਾਲ ਯੁੱਧ ਸ਼ੁਰੂ ਕਰ ਦਿੱਤਾ। ਹੋ ਨਿਰਖ ਦੇਵ ਅਰ ਦੈਤ ਰਹੇ ਉਰਜਾਏ ਕੇ। ਜਿਸ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਵੀ ਯੁੱਧ ਵਿੱਚ ਲੱਗ ਗਏ। ਗਹਿ ਗਹਿ ਪਾਣ ਕਿਰਪਾਣ ਦੁਭੀਆ ਰਣ ਪਿਰੇ। ਹੱਥਾਂ ਵਿੱਚ ਤਲਵਾਰਾਂ ਫੜ ਫੜ ਕੇ ਸੂਰਮੇ ਯੁੱਧ ਕਰਨ ਲੱਗੇ। ਟੂਕ ਟੂਕ ਹੁਏ ਗਿਰੇ ਨਾ ਪਗ ਪਾਛੇ ਫਿਰੇ। ਟੋਟੇ ਟੋਟੇ ਹੋ ਕੇ ਧਰਤੀ ਉੱਤੇ ਡਿੱਗਣ ਲੱਗੇ, ਪਰ ਪਿੱਛੇ ਨੂੰ ਪੈਰ ਨਾ ਮੋੜਦੇ। ਅਗਨ ਸੋਭੇ ਕਾਇ ਪ੍ਰਭਾ ਅਤ ਹੀ ਬੜੇ। ਸਰੀਰਾਂ ਉੱਤੇ ਜ਼ਖਮ ਲੱਗਣ ਨਾਲ ਉਹਨਾਂ ਦੀ ਸ਼ੋਭਾ ਬਹੁਤ ਵੱਧ ਰਹੀ ਸੀ। ਹੋ ਬਸਤਰ ਮਨੋ ਛਿਟਕਾਏ ਜਨੇਤੀ ਸੇ ਚੜੇ। ਇੰਜ ਪ੍ਰਤੀਤ ਹੁੰਦਾ ਸੀ ਮਾਨੋ ਲਾਲ ਰੰਗ ਦੇ ਕੱਪੜੇ ਪਾ ਕੇ ਜੀ ਬਰਾਤ ਨਾਲ ਚੜੇ ਹੋਣ। ਇੰਜ ਪ੍ਰਤੀਤ ਹੁੰਦਾ ਸੀ ਮਾਨੋ ਲਾਲ ਰੰਗ ਦੇ ਕੱਪੜੇ ਪਾ ਕੇ ਜੀ ਬਰਾਤ ਨਾਲ ਚੜੇ ਹੋਣ। ਅਨੁਭਵ ਛੰਦ। ਅਨਹਦ ਬਜੇ ਤੌਂਸੇ ਵੱਜਦੇ ਸਨ। ਧੁਨ ਕਣ ਲੱਜੇ ਜਿਨ੍ਹਾਂ ਦੀ ਆਵਾਜ਼ ਅੱਗੇ ਬੱਦਲ ਵੀ ਲਜਾਉਂਦੇ ਸਨ। ਕਣ ਹਣ ਕੋਰਨ ਡਗੀਆਂ ਦੇ ਵੱਜਣ ਤੋਂ ਜੋ ਗੂੰਜ ਉੱਠਦੀ ਸੀ। ਜਨ ਬਣ ਮੋਰਨ। ਇੰਜ ਲੱਗਦਾ ਸੀ ਮਾਨੋ ਜੰਗਲ ਵਿੱਚ ਮੋਰ ਕੂਕਦੇ ਹੋਣ। ਮਧੁਰ ਤੁਰ ਛੰਦ। ਟਲ ਹਲ ਟਾਲਨ। ਟਾਲਾਂ ਇੰਜ ਚਮਕਦੀਆਂ ਸਨ ਜਿਮ ਗੁਲ ਲਾਲਨ, ਜਿਵੇਂ ਲਾਲਾ ਦੇ ਫੁੱਲ ਹਨ। ਕੜ ਪੜ ਬੀਰਨ। ਸੂਰਮਿਆਂ ਵਿੱਚ ਖੜਬੜਾਹਟ ਮਚੀ ਹੋਈ ਸੀ। ਤੜ ਸੜ ਤੀਰਨ। ਅਤੇ ਤੀਰ ਤੜ ਸੜ ਆਵਾਜ਼ ਕਰਦੇ ਚੱਲ ਰਹੇ ਸਨ। ਰੁਣ ਚੁਣ ਬਾਜੇ। ਰਾਜੇ ਰੁਣ ਚੁਣ ਕਰਦੇ ਸਨ। ਜਨ ਖਣ ਗਾਜੇ ਮਾਨੋ ਬੱਦਲ ਗੱਜਦੇ ਹੋਣ। ਡਮੰਕ ਡੋਲਨ। ਡਮੰਕ ਡੋਲਨ ਡੋਲਾਂ ਦੀ ਡਮਕਾਰ ਹੋ ਰਹੀ ਸੀ। ਖੜ ਰੜ ਖੋਲਨ। ਖੋਲਾਂ ਵਿੱਚ ਖੜ ਖੜ ਦੀ ਆਵਾਜ਼ ਨਿਕਲ ਰਹੀ ਸੀ। ਤਰ ਹਰ ਕੰਪੇ। ਡਰਪੋਕ ਥਰ ਥਰ ਕੰਪਦੇ ਸਨ। ਹਰ ਹਰ ਜੰਪੇ ਅਤੇ ਹਰ ਹਰ ਜਪਦੇ ਸਨ। ਰਣ ਰੰਗ ਰਤੇ।
ਯੁੱਧ ਦੇ ਰੰਗ ਵਿੱਚ ਸੂਰਮੇ ਰਤੇ ਹੋਏ ਸਨ। ਜਣ ਗਣ ਮਤੇ ਮਾਨੋ ਮਸਤ ਹਾਥੀ ਘੁਲ ਰਹੇ ਹੋਣ। ਤਰਕਤ ਸੂਰਨ ਸੂਰਮੇ ਥਿਰਕਦੇ ਸਨ। ਨਿਰਖਤ ਹੂਰਨ ਅਤੇ ਹੂਰਾਂ ਉਹਨਾਂ ਨੂੰ ਵੇਖ ਰਹੀਆਂ ਸਨ। ਸਰਬਰ ਛੁਟੇ ਉੱਤਮ ਤੀਰ ਚੱਲਦੇ ਸਨ। ਕਟਪਟ ਲੁੱਟੇ ਜਿਨ੍ਹਾਂ ਨਾਲ ਕੱਟ ਕੇ ਸੂਰਮੇ ਲੋਟਦੇ ਜਾ ਰਹੇ ਸਨ। ਚਮਕਤ ਬਾਣਨ ਤੀਰ ਚਮਕਦੇ ਸਨ। ਫੁਰਹ ਨਿਸਾਣਨ ਝੰਡੇ ਝੂਲਦੇ ਸਨ। ਚਟਪਟ ਝੂਟੇ ਚਟਪਟ ਸੂਰਮੇ ਯੁੱਧ ਵਿੱਚ ਜੁਟਦੇ ਸਨ। ਅਰ ਔਰ ਫੂਟੇ ਅਤੇ ਵੈਰੀ ਦੀ ਛਾਤੀ ਨੂੰ ਪਾੜ ਦਿੰਦੇ ਸਨ। ਨਰਬਰ ਗਜੇ ਬਲਵਾਨ ਯੋਧੇ ਗੱਜ ਰਹੇ ਸਨ। ਸਰਬਰ ਸਜੇ ਉਹ ਉੱਤਮ ਤੀਰਾਂ ਨਾਲ ਸਜੇ ਹੋਏ ਸਨ। ਮਿਲਹ ਸੰਜੋਯਨ ਯੋਧੇ ਕਵਚਾਂ ਅਤੇ ਸੰਜੋਇਆਂ ਨਾਲ ਸਜੇ ਸਨ। ਸੁਰਪੁਰ ਪੋਇਨ ਅਤੇ ਸੁਵਰਗ ਵਿੱਚ ਪਹੁੰਚਦੇ ਜਾ ਰਹੇ ਸਨ। ਸਰਬਰ ਛੂਟੇ ਸ੍ਰੇਸ਼ਟ ਤੀਰ ਚਲਦੇ ਸਨ। ਅਰ ਔਰ ਫੂਟੇ ਜੋ ਵੈਰੀ ਦੀ ਛਾਤੀ ਨੂੰ ਪਾੜ ਦਿੰਦੇ ਸਨ। ਚਟਪਟ ਚਰਮਨ ਤੀਰ ਚਟਪਟ ਢਾਲ ਨੂੰ ਪਾੜ ਦਿੰਦੇ ਸਨ। ਫਟ ਫੁੱਟ ਬਰਮਨ ਅਤੇ ਕਵਚ ਨੂੰ ਫੋੜ ਦਿੰਦੇ ਸਨ। ਨਰਾਜ ਛੰਦ। ਦਿਨੇਸ ਬਾਣ ਪਾਣ ਲੈ ਰਿਪੇਸ ਤਾਕ ਤਾਇਨ। ਸੂਰਜ ਹੱਥ ਵਿੱਚ ਬਾਣ ਲੈ ਕੇ ਵੱਡੇ ਦੁਸ਼ਮਣ ਦੀਰਖ ਕਾਇ ਨੂੰ ਵੇਖ ਕੇ ਭੱਜਿਆ। ਅਨੰਤ ਜੁੱਧ ਕ੍ਰੁੱਧ ਸੁਧ ਭੂਮ ਮੈਂ ਮਚਾਇਨ। ਯੁੱਧ ਭੂਮੀ ਵਿੱਚ ਜਾ ਕੇ ਕ੍ਰੋਧ ਨਾਲ ਅਨੰਤ ਤਰ੍ਹਾਂ ਦਾ ਯੁੱਧ ਮਚਾਇਆ। ਕਿਤੇਕ ਪਾਜ ਚਾਲੀਅਨ ਸੁਰੇਸ ਲੋਕ ਕੋ ਗਏ। ਕਿੰਨੇ ਹੀ ਦੈਤ ਭੱਜ ਕੇ ਇੰਦਰਪੁਰੀ ਵੱਲ ਚਲੇ ਗਏ। ਨਿਸੰਤ ਜੀਤ ਕੇ ਅਨੰਤ ਸੂਰ ਮਾਂ ਲਏ। ਅਨੰਤ ਸੂਰਮਿਆਂ ਨੂੰ ਸੂਰਜ ਨੇ ਜਿੱਤ ਲਿਆ। ਸਮਟ ਸੇਲ ਸਾਮੋਹੇ ਸਰਕ ਸੂਰ ਚਾੜਹੀ। ਸੂਰਮੇ ਸਿਮਟ ਕੇ ਸਾਹਮਣੇ ਵੱਲ ਨੂੰ ਸਰ ਕਰਦੇ ਬਰਛੇ ਚਲਾਉਂਦੇ ਸਨ। ਬਬਕ ਬਾਖ ਜਿਉ ਬਲੀ ਹਲਕ ਹਾਕ ਮਾਰਹੀ। ਬਾਘ ਵਾਂਗ ਭੜਕਦੇ ਹੋਏ ਸੂਰਮੇ ਹੱਲਾ ਕਰਨ ਲਈ ਲਲਕਾਰੇ ਮਾਰਦੇ ਸਨ। ਬਾਘ ਵਾਂਗ ਭੜਕਦੇ ਹੋਏ ਸੂਰਮੇ ਹੱਲਾ ਕਰਨ ਲਈ ਲਲਕਾਰੇ ਮਾਰਦੇ ਸਨ। ਅਪੰਗ ਅੰਗ ਪੰਗ ਹੋਇ ਉਤੰਗ ਜੰਗ ਮੋ ਗਿਰੇ। ਦ੍ਰਿੜ ਅੰਗਾਂ ਵਾਲਿਆਂ ਅਪੰਗ ਦੋ ਅੰਗ ਪੰਗ ਹੁੰਦੇ ਜਾ ਰਹੇ ਸਨ ਅਤੇ ਉਛਲ ਕੇ ਰਣਭੂਮੀ ਵਿੱਚ ਡਿੱਗ ਰਹੇ ਸਨ। ਸੁਰੰਗ ਸੂਰ ਮਾ ਸਭੇ ਨਿਸੰਗ ਜਾਨ ਕੇ ਅਰੈ। ਸੂਹੇ ਰੰਗ ਵਿੱਚ ਰੰਗੇ ਹੋਏ ਸਾਰੇ ਯੋਧੇ ਨਿਡਰ ਹੋ ਕੇ ਵੈਰੀ ਨਾਲ ਜੁਟੇ ਹੋਏ ਸਨ। ਅਰਧ ਨਰਾਜ ਛੰਦ। ਨਵਨ ਨਿਸਾਣ ਬਾਜੀਅਨ ਨਵੇਂ ਨਗਾਰੇ ਵੱਜਦੇ ਸਨ। ਕਟਾ ਕਮੰਡ ਲਾਜੀਅਨ ਜਿਨ੍ਹਾਂ ਦੀ ਆਵਾਜ਼ ਅੱਗੋਂ ਕਟਾਵਾਂ ਵੀ ਲਜਾਉਂਦੀਆਂ ਸਨ। ਤਬਲ ਤੁੰਦਰਨ ਬਜੇ ਛੋਟੇ ਨਗਾਰੇ ਵੱਜਣ ਲੱਗੇ। ਸੁਣਤ ਸੂਰ ਮਾ ਗਜੇ ਜਿਨ੍ਹਾਂ ਦੀ ਆਵਾਜ਼ ਸੁਣ ਕੇ ਸੂਰਮੇ ਗੱਜਣ ਲੱਗ ਪਏ। ਸੋ ਜੂਝ ਕੇ ਪਰੈ ਲੜਾਕੇ ਯੋਧੇ ਜੂਝ ਕੇ ਡਿੱਗਦੇ ਸਨ। ਸੁਰੇਸ ਲੋਕ ਵਿਚਰੈ ਅਤੇ ਇੰਦਰ ਲੋਕ ਨੂੰ ਚਲੇ ਜਾਂਦੇ ਸਨ। ਚੜੇ ਵਿਮਾਨ ਸੋਭਹੀ ਉਹ ਵਿਮਾਨਾਂ ਉੱਤੇ ਚੜ੍ਹ ਕੇ ਸ਼ੋਭਾ ਪਾਉਂਦੇ ਸਨ। ਅਦੇਵ ਦੇਵ ਲੋਭਹੀ ਜਿਨ੍ਹਾਂ ਨੂੰ ਵੇਖ ਕੇ ਦੈਂਤ ਅਤੇ ਦੇਵਤੇ ਉਸ ਪਦਵੀ ਨੂੰ ਪ੍ਰਾਪਤ ਕਰਨ ਲਈ ਸੁਭਾਇਮਾਨ ਹੁੰਦੇ ਸਨ। ਬੇਲੀ ਬ੍ਰਿਦਰਮ ਛੰਦ। ਡਹ ਸਿਉ ਡਾਮਰ ਡੰਕਣੀ। ਢਾ ਕਰਦੇ ਡਮਰੂ ਵੱਜ ਰਹੇ ਸਨ।
ਕਹਿ ਸੂ ਕੂਕਤ ਜੋਗਣੀ ਅਤੇ ਕਹਿ ਕਰਦੀਆਂ ਜੋਗਣਾ ਕੂਕ ਰਹੀਆਂ ਸਨ। ਛਮ ਛਮਕ ਸਾਗ ਛਮਕੀਅਨ, ਛਮ ਕਰਦੇ ਬਰਛੇ ਚਮਕਦੇ ਸਨ। ਰਣ ਕਾਜ ਬਾਜ ਉਥਕੀਅਨ ਅਤੇ ਰਣ ਭੂਮੀ ਵਿੱਚ ਹਾਥੀ ਅਤੇ ਘੋੜੇ ਉਛਲਦੇ ਸਨ। ਡਮ ਡਮਕ ਡੋਲ ਡਮਕੀਅਨ, ਡਮ ਡੋਲ ਡਮਕਦੇ ਸਨ। ਚਲ ਚਲਕ ਤੇਗ ਚਲਕੀਅਨ, ਛਲ ਕਰਦੀਆਂ ਤੇਗਾਂ ਲਿਸ਼ਕ ਰਹੀਆਂ ਸਨ। ਜੱਟ ਛੋਰ ਰੁਦਰ ਤਹਿ ਨੱਚੀਅਨ, ਸਿਰ ਦਾ ਜੂੜਾ ਖੋਲ ਕੇ ਰੁਦਰ ਉੱਥੇ ਨੱਚਦਾ ਸੀ। ਬਿਕਰਾਰ ਮਾਰ ਤਹਿ ਮੱਚੀਅਨ, ਉੱਥੇ ਭਿਆਨਕ ਮਾਰ ਮੱਚੀ ਹੋਈ ਸੀ। ਤੋਟਕ ਛਨ, ਉਤਕੇ ਰਣ ਬੀਰਣ ਬਾਜ ਬਰਨ, ਸੂਰਮਿਆਂ ਦੇ ਘੋੜੇ ਰਣ ਵਿੱਚ ਉਛਲਦੇ ਸਨ। ਚਮਕੀ ਕਣ ਬਿਜ ਕਿਰਪਾਲ ਕਰਨ, ਬੱਦਲਾਂ ਵਿੱਚ ਬਿਜਲੀ ਵਾਂਗ ਹੱਥਾਂ ਵਿੱਚ ਕਿਰਪਾਨਾਂ ਚਮਕਦੀਆਂ ਸਨ। ਲਹਿਕੇ ਰਣ ਤੀਰਨ ਬਾਣ ਉਰਨ, ਰਣ ਦੇ ਧੀਰਜਵਾਨ ਸੂਰਮਿਆਂ ਦੀ ਛਾਤੀ ਵਿੱਚੋਂ ਬਾਣ ਲੰਘ ਕੇ ਰੰਗ ਸ੍ਰੋਣਤ ਰਤ ਕਢੇ ਦੁਸਰਨ, ਲਹੂ ਦੇ ਰੰਗ ਨਾਲ ਰਤੇ ਹੋਏ ਦੂਜੇ ਪਾਸੇ ਨਿਕਲ ਜਾਂਦੇ ਸਨ। ਫਹਿਰੰਤ ਤੁਜਾ ਥਹਿਰੰਤ ਪਟਨ, ਝੰਡੇ ਝੂਲਦੇ ਸਨ ਅਤੇ ਸੂਰਮੇ ਥਿਰਕਦੇ ਸਨ। ਨਿਰਖੰਤ ਲਜੀ ਛਬ ਸਿਆਮ ਕਟਨ, ਜਿਨ੍ਹਾਂ ਨੂੰ ਵੇਖ ਕੇ ਕਾਲੀ ਕਟਾ ਵੀ ਲਜਾਉਂਦੀ ਸੀ। ਚਮਕੰਤ ਸੂ ਬਾਣ ਕਿਰਪਾਣ ਰਣਨ, ਯੁੱਧ ਵਿੱਚ ਤੀਰ ਅਤੇ ਤਲਵਾਰਾਂ ਇਉਂ ਚਮਕਦੀਆਂ ਸਨ ਜਿਮ ਕਵਾਂ ਦਿੱਤ ਸਾਵਣ ਬਿਜ ਕਣਨ, ਜਿਵੇਂ ਸਾਵਣ ਦੇ ਬੱਦਲਾਂ ਵਿੱਚ ਬਿਜਲੀ ਚਮਕਦੀ ਹੈ। ਦੋਹਰਾ। ਕਥਾ ਬ੍ਰਿਧ ਤੇ ਮੈਂ ਡਰੂੰ ਕਹਾਂ ਕਰੋ ਬਖਿਆਨ, ਕਥਾ ਦੇ ਵੱਧ ਜਾਣ ਤੋਂ ਮੈਂ ਡਰਦਾ ਹਾਂ, ਕਿੱਥੋਂ ਤੱਕ ਕਥਨ ਕਰਾਂ। ਗੁਰੂ ਜੀ ਕਹਿੰਦੇ ਨੇ, ਕਥਾ ਦੇ ਵੱਧ ਜਾਣ ਤੋਂ ਮੈਂ ਡਰਦਾ ਹਾਂ, ਕਿੱਥੋਂ ਤੱਕ ਕਥਨ ਕਰਾਂ। ਨਿਸਾਹੰਤ ਅਸੁਰੇਸ ਸੋ ਸਰ ਤੇ ਪਇਓ ਨਿਦਾਨ, ਨਿਸਾਹੰਤ ਅਸੁਰੇਸ ਸੋ ਸਰ ਤੇ ਪਇਓ ਨਿਦਾਨ। ਮੁੱਕਦੀ ਗੱਲ ਇਹ ਹੈ ਕਿ ਸੂਰਜ ਨਿਸਾਹੰਤ ਦੇ ਤੀਰ ਨਾਲ ਅਸੁਰੇਸ ਦੈਂਤ ਰਾਜ ਦੀਰਘ ਕਾਇ ਦਾ ਅੰਤ ਹੋ ਗਿਆ। ਇਤ ਸ਼੍ਰੀ ਬਚਿੱਤਰ ਨਾਟਕੇ ਸੂਰਜ ਅਵਤਾਰ ਅਸ਼ਟਦਸਮੋ ਅਵਤਾਰ ਸਮਾਪਤ। ਇੱਥੇ ਸ਼੍ਰੀ ਬਚਿੱਤਰ ਨਾਟਕ ਗ੍ਰੰਥਾ ਸੂਰਜ 18ਵਾਂ ਸਮਾਪਤ। ਸਭ ਸ਼ੁਭ ਹੈ। ਹੁਣ ਇਸ ਕਥਾ ਦਾ ਭਾਵਾਰਥ ਜੋ ਕਿ ਲਿਖਿਆ ਗਿਆ ਹੈ ਸ਼੍ਰੀ ਪੰਡਿਤ ਨਾਰਾਇਣ ਸਿੰਘ ਜੀ ਦੇ ਅਨੁਸਾਰ ਸ਼੍ਰਵਣ ਕਰੀਏ। ਸੂਰਜ ਧਰਤੀ ਤੋਂ 4 ਕਰੋੜ 65 ਲੱਖ ਮੀਲ ਦੂਰ ਹੈ। ਉਸ ਦਾ ਵਿਆਸ ਧਰਤੀ ਦੇ ਵਿਆਸ ਨਾਲੋਂ 108 ਗੁਣਾ ਵੱਡਾ ਹੈ। ਘਨ ਫਲ ਦੇ ਹਿਸਾਬ ਨਾਲ ਦੇਖੀਏ ਤਾਂ ਜਿੰਨੀ ਜਗ੍ਹਾ ਸੂਰਜ ਨੇ ਘੇਰੀ ਹੋਈ ਹੈ, ਓਨੀ ਜਗ੍ਹਾ ਧਰਤੀ ਦੇ ਅਜਿਹੇ ਗੋਲੇ ਆਉਣਗੇ। ਸਾਰ ਅੰਸ਼ ਇਹ ਹੈ ਕਿ ਸੂਰਜ ਧਰਤੀ ਨਾਲੋਂ ਬਹੁਤ ਹੀ ਵੱਡਾ ਹੈ, ਪਰ ਸੂਰਜ ਜਿੰਨਾ ਵੱਡਾ ਹੈ ਓਨਾ ਬੋਝਲ ਨਹੀਂ ਹੈ। ਉਸ ਦਾ ਭਾਰ ਮੁਕਾਬਲੇ ਨਾਲ ਧਰਤੀ ਤੋਂ ਚੌਥਾਈ ਹੈ। ਅਰਥਾਤ ਜੇ ਅਸੀਂ ਇੱਕ ਟੁਕੜਾ ਧਰਤੀ ਦਾ ਅਤੇ ਓਨਾ ਹੀ ਵੱਡਾ ਟੁਕੜਾ ਸੂਰਜ ਦਾ ਲੈ ਲਈਏ
ਤਾਂ ਧਰਤੀ ਦਾ ਟੁਕੜਾ ਤੋਲ ਵਿੱਚ ਸੂਰਜ ਦੇ ਟੁਕੜੇ ਨਾਲੋਂ ਚੌਗੁਣਾ ਹੋਵੇਗਾ। ਕਾਰਨ ਇਹ ਹੈ ਕਿ ਸੂਰਜ ਧਰਤੀ ਵਾਂਗੂ ਨਿੱਘਰ ਨਹੀਂ ਹੈ। ਉਹ ਤਰਲ ਪ੍ਰਕਾਸ਼ਵਾਨ ਦਰਵ ਦੀ ਸ਼ਕਲ ਵਿੱਚ ਹੈ। ਸੂਰਜ ਦੇ ਤਲ 'ਤੇ ਜਿੰਨੀ ਗਰਮੀ ਹੈ ਉਸ ਦਾ ਛੇਤੀ ਨਾਲ ਅਨੁਮਾਨ ਨਹੀਂ ਹੋ ਸਕਦਾ। ਉਸ ਦੀ ਗਰਮੀ 20,000 ਡਿਗਰੀ ਤੱਕ ਅਨੁਮਾਨ ਕੀਤੀ ਗਈ ਹੈ। ਇਸੇ ਗਰਮੀ ਦੇ ਅਨੁਸਾਰ ਉਸ ਦੇ ਬੇਹੱਦ ਉਜਾਲੇ ਦਾ ਅਨੁਮਾਨ ਕਰਨਾ ਚਾਹੀਦਾ ਹੈ। ਅਕਸਰ ਅਸਾਂ ਲੋਕਾਂ ਨੂੰ ਸੂਰਜ ਦਾ ਤਲਾ ਬਿਲਕੁਲ ਸਾਫ਼ ਤੇ ਨਿਸ਼ਕਲੰਕ ਨਜ਼ਰ ਪੈਂਦਾ ਹੈ, ਪਰ ਉਸ ਵਿੱਚ ਵੀ ਬਹੁਤ ਸਾਰੇ ਕਾਲੇ ਨਿਸ਼ਾਨ ਹਨ। ਇਹਨਾਂ ਵਿੱਚ ਵਿਚਿੱਤਰਤਾ ਇਹ ਹੈ ਕਿ ਇਹ ਕਿਸੇ ਬੱਧੇ ਹੋਏ ਨਿਯਮ ਅਨੁਸਾਰ ਘਟਦੇ ਵੱਧਦੇ ਰਹਿੰਦੇ ਹਨ। ਕਦੇ ਕਾਲੇ ਦਾਗਾਂ ਦੀ ਗਿਣਤੀ ਵੱਧ ਜਾਂਦੀ ਹੈ ਅਤੇ ਕਦੇ ਘਟ ਜਾਂਦੀ ਹੈ। ਜਿਸ ਸਾਲ ਇਹਨਾਂ ਦੀ ਗਿਣਤੀ ਬਹੁਤ ਹੁੰਦੀ ਹੈ, ਉਸ ਵਰ੍ਹੇ ਵਿੱਚ ਧਰਤੀ 'ਤੇ ਚੁੰਬਕ ਸ਼ਕਤੀ ਦਾ ਖਯੋਬ ਬਹੁਤ ਵੱਧ ਜਾਂਦਾ ਹੈ ਅਤੇ ਬਿਜਲੀ ਸ਼ਕਤੀ ਦੇ ਕਈ ਨਜ਼ਾਰੇ ਨਜ਼ਰ ਪੈਂਦੇ ਹਨ। ਕਈ ਸਾਇੰਸਦਾਨਾਂ ਦਾ ਅਨੁਮਾਨ ਹੈ ਕਿ ਇਹਨਾਂ ਦਾਗਾਂ ਦਾ ਬਰਖਾ ਨਾਲ ਵੀ ਸੰਬੰਧ ਹੈ। ਇਸ ਵਰ੍ਹੇ ਵਿੱਚ ਇਹ ਦਾਗ ਬਹੁਤ ਹੁੰਦੇ ਹਨ, ਉਸ ਸਾਲ ਬਰਖਾ ਵੀ ਬਹੁਤ ਹੁੰਦੀ ਹੈ। ਪੌਰਾਣਿਕ ਸਮੇਂ ਵਿੱਚ ਸੂਰਜ ਨੂੰ ਵਿਸ਼ਨੂੰ ਦਾ ਅਵਤਾਰ ਕਰਕੇ ਮੰਨਿਆ ਗਿਆ, ਜਿਸ ਨੂੰ ਦੀਰਘ ਕਾਏ ਜੋ ਇੱਕ ਗੱਜ ਰੋਜ਼ ਵੱਧਦਾ ਸੀ ਦਾ ਨਾਸ ਕੀਤਾ। ਨਾਸ ਕਰਨ ਦਾ ਕਾਰਨ ਵੀ ਇਹੀ ਦੱਸਿਆ ਹੈ ਕਿ ਦੀਰਘ ਕਾਏ ਦੇ ਨਿੱਤ ਦੇ ਵਾਧੇ ਨੇ ਸੂਰਜ ਦੇ ਰੱਥ ਦਾ ਰਾਹ ਰੋਕ ਲਿਆ, ਜਿਸ ਤੋਂ ਸੂਰਜ ਨੂੰ ਗੁੱਸਾ ਆਇਆ ਅਤੇ ਉਸ ਨੂੰ ਨਾਸ ਕਰ ਦਿੱਤਾ। ਸੂਰਜ ਨੂੰ ਧਨੁਰਵਿਦਿਆ ਦਾ ਆਚਾਰਜ ਵੀ ਮੰਨਿਆ ਜਾਂਦਾ ਹੈ। ਪੁਰਾਣਾਂ ਵਿੱਚ ਇਸ ਦੇ ਸੰਬੰਧ ਦੀਆਂ ਕਈ ਅਲੌਕਿਕ ਕਥਾਵਾਂ ਆਉਂਦੀਆਂ ਹਨ। ਜੈਸਾ ਕਿ ਵਿਸ਼ਵਕਰਮਾ ਨੇ ਸੂਰਜ ਨੂੰ ਖਰਾਦ 'ਤੇ ਧਰ ਕੇ ਛਿਲਿਆ ਅਤੇ ਉਸ ਨਾਲੋਂ ਲੱਥੇ ਹੋਏ ਬੂਰੇ ਤੋਂ ਸੁਦਰਸ਼ਨ ਚੱਕਰ ਰਚਿਆ ਗਿਆ। ਆਦਿਕ ਪੁਰਾਣਾਂ ਵਿੱਚ ਇਸ ਦੀ ਉਤਪੱਤੀ ਬਾਰੇ ਇਉਂ ਲਿਖਿਆ ਹੈ: ਨਾਰਾਇਣ ਤੋਂ ਬ੍ਰਹਮਾ, ਬ੍ਰਹਮਾ ਤੋਂ ਮਰੀਚ, ਮਰੀਚ ਤੋਂ ਕਸ਼ਯਪ, ਕਸ਼ਯਪ ਤੋਂ ਸੂਰਜ, ਸੂਰਜ ਤੋਂ ਵੈਵਸਵਤ, ਮਨੂ ਅਤੇ ਵੈਵਸਵਤ ਮਨੂ ਤੋਂ ਇਕਵਾਕ ਹੋਏ। ਅੱਗੇ ਇਸ ਦੀ ਕੁਲ ਵਿੱਚ ਸ਼੍ਰੀ ਰਾਮ ਚੰਦਰ ਜੀ ਆਦਿਕ ਚਾਰੇ ਭਾਈ ਹੋਏ ਅਤੇ ਸੋਢੀ ਬੰਸ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਇਸੇ ਬੰਸ ਨਾਲ ਸਿਲਸਿਲਾ ਮਿਲਦਾ ਹੈ। ਯਮ ਤੇ ਸ਼ਨੀ ਸੂਰਜ ਦੇ ਪੁੱਤਰ, ਮ੍ਰਿਤੂ ਤੇ ਜਮਨਾ ਨਦੀ ਸੂਰਜ ਦੀ ਕੰਨਿਆ ਹੈ। ਉੱਧਰ ਪਾਂਡੂ ਦੀ ਰਾਣੀ ਕੁੰਤੀ ਨੇ ਕੁਆਰੇਪਣ ਵਿੱਚ ਸੂਰਜ ਤੋਂ ਕਰਨ ਨੂੰ ਪੈਦਾ ਕੀਤਾ ਸੀ। ਆਦਿਕ ਕਈ ਪ੍ਰਕਰਣ ਮਿਲਦੇ ਹਨ। ਇੱਥੇ ਸ਼੍ਰੀ ਪਚਿੱਤਰ ਨਾਟਕ ਗ੍ਰੰਥੇ ਸੂਰਜ ਅਸ਼ਟਦਸਮੋ ਅਵਤਾਰ ਸਮਾਪਤਮ। ਸਤ ਸ਼ੁਭਮ ਸਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।